हाँ जी स्टूडेंट्स का स्वागत है ਤੁਹਾਡਾ ਸਾਰਿਆਂ ਦਾ ਅਪੈਕਸ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਤੇ। और स्टूडेंट्स आज ਦੀ ਕਲਾਸ ਆਪਾਂ ਕਰ ਰਹੇ ਹਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਜੀਨ ਪਿਆਜੇ। ਆਮ ਤੌਰ ਤੇ ਜੀਨ ਪਿਆਜੇ ਦੇ ਥਿਉਰੀ ਬਾਰੇ ਤਾਂ ਸਾਰੇ ਹੀ ਕਰਵਾ ਦਿੰਦੇ ਨੇ, ਪਰ ਕੱਲੇ ਜੀਨ ਪਿਆਜੇ ਤੇ ਅੱਜ ਮੈਂ ਤੁਹਾਨੂੰ ਕੁਐਸਚਨ ਕਰਵਾਉਂਗੀ ਔਰ ਇੰਨੇ ਸਾਰੇ ਕੁਐਸਚਨ ਹੋਣਗੇ ਜਿਹੜੇ ਕਿ ਸਾਰੇ ਦੇ ਸਾਰੇ ਤੁਹਾਨੂੰ ਕਨਫਿਊਜ਼ ਵੀ ਕਰਨਗੇ, ਪਰ ਇਸ ਦੇ ਨਾਲ ਤੁਹਾਨੂੰ ਥਿਉਰੀ ਵੀ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਏਗੀ। ਸੋ ਫਰਸਟ ਕੁਐਸਚਨ ਤੁਹਾਡੇ ਸਾਹਮਣੇ ਹੈ, according to Piaget, the process of accommodation refers to adding new information into an existing schema, modifying existing cognitive structures to incorporate new experiences, ਮੌਜੂਦਾ ਸਕੀਮਾ ਵਿੱਚ ਨਵੀਂ ਜਾਣਕਾਰੀ ਨੂੰ ਸ਼ਾਮਿਲ ਕਰਨਾ। ਐਕੋਮੋਡੇਸ਼ਨ ਯਾਦ ਕਰੋ, ਠੀਕ ਹੈ। ਨਵੀਆਂ ਅਨੁਭਵਾਂ ਨੂੰ ਸ਼ਾਮਿਲ ਕਰਨ ਲਈ ਮੌਜੂਦਾ ਆਪਾਂ ਕਹਿੰਦੇ ਆ ਜਹੀਨੀ ਰਚਨਾਵਾਂ ਨੂੰ ਸੋਧਣਾ, ਪਹਿਲੇ ਵਿਕਾਸੀ ਪੜਾਅ ਵਿੱਚ ਵਾਪਸ ਜਾਣਾ ਜਾਂ ਵਜੀਫੇ ਰਾਹੀਂ ਜਹੀਨੀ ਯੋਗਤਾਵਾਂ ਨੂੰ ਮਜ਼ਬੂਤ ਬਣਾਉਣਾ। ਹਾਂਜੀ, ਚਾਰ ਚੋਇਸ ਨੇ। ਪਹਿਲਾ ਦੱਸਿਆ ਗਿਆ ਹੈ ਇਹਦੇ ਵਿੱਚ ਕਿ ਕੋਗਨੀਟਿਵ ਡਿਵੈਲਪਮੈਂਟ ਤੋਂ ਪਿਆਜੇ ਦੇ ਜਿਹੜਾ ਆਪਾਂ ਕਹਿ ਸਕਦੇ ਹਾਂ ਐਕੋਮੋਡੇਸ਼ਨ ਤੋਂ ਕੀ ਭਾਵ ਹੈ। ਤਾਂ ਐਕੋਮੋਡੇਸ਼ਨ ਦਾ ਮਤਲਬ ਕੀ ਹੁੰਦਾ ਹੈ? ਐਸੀਮੀਲੇਸ਼ਨ ਹੁੰਦਾ, ਮੌਜੂਦਾ ਗਿਆਨ ਵਿੱਚ ਨਵਾਂ ਸ਼ਾਮਿਲ ਕਰ ਲੈਣਾ ਨਾਲ, ਠੀਕ ਹੈ। ਐਕੋਮੋਡੇਸ਼ਨ ਦਾ ਮਤਲਬ ਹੁੰਦਾ ਹੈ ਜੋੜ ਤੋੜ, ਜਦੋਂ ਆਪਾਂ ਕਹਿੰਦੇ ਆ ਮੋਡੀਫਾਈਂਗ ਐਗਜ਼ਿਸਟਿੰਗ, ਜਦੋਂ ਆਪਾਂ ਪੁਰਾਣੇ ਨੂੰ ਮੋਡੀਫਾਈ ਕਰਦੇ ਆ ਉਸ ਵਾਸਤੇ ਆ ਜਾਂਦਾ ਹੈਗਾ, ਠੀਕ ਹੈ। ਨੈਕਸਟ, which of the following tasks is most likely demonstrate a child's ability in the formal operation stage? ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਬੱਚੇ ਦੀ ਆਧੁਨਿਕ ਸੰਚਾਲਕੀ ਪੜਾਅ ਦੀ ਯੋਗਤਾ ਨੂੰ ਦਰਸਾਉਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ? ਫਾਰਮਲ, ਸੁਣ ਲਓ, ਠੀਕ ਹੈ। ਤਾਂ ਫਾਰਮਲ ਕੀ ਹੋਇਆ? ਫਾਰਮਲ ਆਪਰੇਸ਼ਨਲ ਸਟੇਜ ਜਿਹੜਾ ਹੈ ਉਸ ਚ ਵਸਤੂ ਸਥਾਇਤਵਵਾਦ ਆਏਗਾ, ਜਾਂ ਫਿਰ ਭਾਰ ਦੀ ਸੰਰਖਣਾ ਆਏਗਾ, ਜਾਂ ਅਭਾਵਿਕ ਤਰਕ यानी कि एब्स्ट्रैक्ट रीजनिंग आएगा, या ईगोसेंट्रिक थिंकिंग आ जाएगा। फटाफट दसो यस। ਤਾਂ ਦੇਖੋ ਬੱਚੇ, ਇਹਦੇ ਵਿੱਚ ਸਹੀ ਆਨਸਰ ਤੁਸੀਂ ਯਾਦ ਕਰੋ, ਮੈਂ ਤੁਹਾਨੂੰ ਕਲਾਸ 'ਚ ਵੀ ਕਰਾਇਆ ਸੀ ਕਿ ਫਾਰਮਲ ਆਪਰੇਸ਼ਨਲ ਸਟੇਜ ਇਜ਼ ਦੈਟ ਜਦੋਂ ਕਿ ਬੱਚਾ ਹਾਈਪੋਥੈਟਿਕਲੀ ਸੋਚਣ ਲੱਗ ਜਾਂਦਾ ਹੈ, ਅਮੂਰਤ ਚੀਜ਼ਾਂ ਬਾਰੇ ਵੀ ਉਹ ਸੋਚਣ ਲੱਗ ਜਾਂਦਾ ਹੈ। ਸੋ ਐਬਸਟਰੈਕਟ ਥਿੰਕਿੰਗ ਜਦੋਂ ਆਪਾਂ ਕਹਿੰਦੇ ਆ ਹਾਈਪੋਥੀਸਿਸ ਉਹਦੇ ਵਿੱਚ ਆਉਣ ਲੱਗ ਜਾਂਦੀ ਹੈ, ਉਸ ਨੂੰ ਆਪਾਂ ਕਹਿ ਦਿੰਦੇ ਆ। ਨੈਕਸਟ, which statement best explain the concept of egocentrism? देखो ईगोसेंट्रिज्म ਨੂੰ ਕੀ ਸ਼ੋ ਕਰ ਰਿਹਾ ਵੀ ਬੈਸਟ ਦੱਸਦਾ ਜਿਹੜਾ a child understand another person's perspective with difficulty, ਦੂਜੇ ਦੇ ਕਿਸੇ ਸੋਚ ਨੂੰ ਔਖੇ ਤਰੀਕੇ ਨਾਲ ਮਤਲਬ ਨਹੀਂ ਸਮਝਣਾ ਆਪ। child can only think in hypothetical form, ਉਹ ਹਾਈਪੋਥੈਟਿਕਲ ਯਾਨੀ ਕਲਪਨਾਵਾਦੀ ਸੋਚ ਹੀ ਉਸਦੀ ਹੋਏਗੀ। a child is unable to conserve mass or volume, ਕਿਸੇ ਚੀਜ਼ ਦੀ ਥਾਂ, ਕੋਈ ਜਗ੍ਹਾ ਹੈ, ਉਹਦਾ ਸਾਈਜ਼ ਹੈ, ਆਕਾਰ ਹੈ, ਜਾਂ ਉਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਵੋਲਿਊਮ ਹੈ, ਉਸ ਨੂੰ ਸਮਝਣ 'ਚ ਅਯੋਗ ਹੈ। a child can perform abstract mathematical operations, ਜਾਂ ਫਿਰ ਮੈਥਮੈਟੀਕਲ ਪਰਫਾਰਮ ਕਰਨ ਦੇ ਵਿੱਚ ਉਹ ਸਕਸ਼ਮ ਹੈ ਆਪਰੇਸ਼ਨ ਦੇ ਵਿੱਚ। ਸੋ ਇਹਦਾ ਕੀ ਆਨਸਰ ਆਏਗਾ ਕਿ ਈਗੋਸੈਂਟਰਿਜ਼ਮ ਦਾ ਮਤਲਬ ਇਹ ਹੁੰਦਾ ਹੈ ਕਿ ਦੂਜੇ ਦੀ ਗੱਲ ਨਹੀਂ ਸੁਣਨੀ ਉਹਨੇ, ਉਹ ਸਿਰਫ ਚਾਈਲਡ ਜਿਹੜਾ ਹੈ ਉਹ ਕੀ ਕਰ ਰਿਹਾ ਹੈ, ਅੰਡਰਸਟੈਂਡ ਅਨਦਰ ਪਰਸਨ, ਆਈ ਚਾਈਲਡ ਅੰਡਰਸਟੈਂਡ ਅਨਦਰ ਪਰਸਨਸ ਪਰਸਪੈਕਟਿਵ ਡਿਫਿਕਲਟੀ, ਠੀਕ ਹੈ। ਦੂਜੇ ਦੀ ਗੱਲ ਨੂੰ ਸਮਝਣ ਦੇ ਵਿੱਚ ਉਹ ਦਿੱਕਤ ਪਾਊਗਾ, ਆਪ ਦੀ ਗੱਲ ਉਹਨੂੰ ਠੀਕ ਲੱਗੂਗੀ। ਈਗੋਸੈਂਟਰਿਜ਼ਮ ਦਾ ਮਤਲਬ ਇਹ ਹੁੰਦਾ ਹੈਗਾ। ਪਿਆਜੇ ਦੇ ਪ੍ਰੀ ਆਪਰੇਸ਼ਨਲ ਸਟੇਜ ਵਿੱਚ ਖੁਦ ਕੇਂਦਰੀਕ੍ਰਿਤ ਦੇ ਸਿਧਾਂਤ ਨੂੰ ਸਭ ਤੋਂ ਵਧੀਆ ਕਿਹੜਾ ਬਿਆਨ ਕਰਦਾ ਹੈ? ਥਰਡ ਕੁਐਸਚਨ ਤੁਹਾਡੇ ਸਾਹਮਣੇ ਹੈ, ਪਿਆਜੇ ਦੇ ਖੁਦ ਕੇਂਦਰੀਕ੍ਰਿਤ
ਪਿਆਜੇ ਦੇ ਪ੍ਰੀ ਆਪਰੇਸ਼ਨਲ ਸਟੇਜ ਜਿਹੜਾ ਹੈ ਉਸ ਵਿੱਚ ਖੁਦ ਕੇਂਦਰੀਕ੍ਰਿਤ ਕਰਨ ਵਾਲਾ ਸਿਧਾਂਤ ਕਿਹੜਾ ਹੈ? थर्ड क्वेश्चन है। क्वेश्चन दे विच की पूछा गया है कि विच स्टेटमेंट वो तो हो गया, सॉरी ये हो गया अपना जिस विच आपां ईगोसेंट्रिज्म गल कीती सी। इट एट विच स्टेज according to Piaget does a child develop the ability to perform conservation task? कंजरवेशन टास्क किस विच आएगा? कंजरवेशन का मतलब ग्रहण करना, उनके विच की है आकार भार इन्हां चीज़ां नूं वो समझण लग जाएगा, कंजर्व करन लग जाएगा, सीखण लग जाएगा, साइज बारे पता चलन लग जाएगा। आंसर की आ जाएगा कंक्रीट ऑपरेशनल। याद करो तुहानूं करवाया भी होया है कंक्रीट ऑपरेशनल, जिंदे विच तुहानूं करवाया सी कि 4 स्टेजेस ने, सेंसरी मोटर, प्री ऑपरेशनल, कंक्रीट, जो कि मूर्त चीज़ों के पीछे छुपे कारणों नूं बच्चा लभण लग जाता है। इन Piaget's theory the term schema is best described as? Piaget की थ्योरी दे विच schema टर्म की है? schema तो तात्पर्य है the stages of moral development, a mental framework used to organize and interpret information। स्कीमा का मतलब की है एक मेंटल फ्रेम है, जानकारी नूं सुगठित ते व्याख्या करन लई एक मानसिक ढांचा है। स्कीमा की है? स्कीमा एक मेंटल फ्रेमवर्क है। स्कीमा आपां कहंदे सी ना बिहेवियरल स्कीमा, मेंटल स्कीमा दो है, ठीक है। तो जानकारी नूं सुगठित ते व्याख्या करन लई एक मानसिक ढांचा जिहड़ा है उस नूं कहंदे ने स्कीमा। Which of the following is primary hallmark of the pre-operational stage? देखो pre-operational stage तुहानूं करवाई भी है, चंगी तरह याद है तुहानूं कि जदों बच्चा परतक चीज़ां दे पीछे छिपे कारणों नूं लभण लग जांदा है, that is called pre-operational stage, है ना। हुण pre-operational stage जिहड़ी है ਉਹਦੇ ਵਿੱਚ ਕੀ आएगा? हाँ जी, लॉजिकल रीजनिंग नहीं, लॉजिकल रीजनिंग तो कंक्रीट च सीखदा हैगा वो। कंजरवेशन स्किल ये भी कंक्रीट सीखदा हैगा। हाइपोथेटिकल ये फॉर्मल च सीखदा हैगा। चौथा रस्मी पद्धर रह गया ईगोसेंट्रिज्म। ईगोसेंट्रिज्म मतलब उन्होंने जेड़ी चीज आपदी है ओही समझूगा, दूजे दी वो नहीं समझूगा, दूजा की कह रहे हैं उन्होंने सब गलत लगता हैगा। नेक्स्ट, at which stage does a child develop the ability to understand conservation according to Piaget? कंजरवेशन, जो कंजरवेशन की गल होगी आपां हुणे भी कीता हैगा। क्वेश्चन घुमा के पाए जाणगे तां कंजरवेशन का मतलब ये है भार आकार इन्हां सारियां नूं कंक्रीट ऑपरेशन स्टेज आंसर आ जाएगा। The concept of object permanence, object permanence का मतलब की हुंदा है? कोई चीज तुहाडी अखां अगे आई। ऑब्जेक्ट परमानेंस का मतलब की होया? कोई चीज तुहाडी अखां अगे आई आके उस तो बाद जिन्नू हटा दिता गया तो उस तो बाद दोबारा उस नू याद जे तुसी रखने हो ना, दैट इज ऑब्जेक्ट परमानेंस, ठीक है। तो ऑब्जेक्ट परमानेंस किस भी चाहता है? सेंसरी मोटर चाहता है, प्री ऑपरेशनल चाहता है, कंक्रीट चाहता है या ऑपरेशनल कंक्रीट या फॉर्मल। तो देखो सेंसरी मोटर स्टेज ਆਪਾਂ ਤੁਹਾਨੂੰ ਕਰਵਾਇਆ ਸੀ, ਜਦੋਂ ਮੈਂ ਤੁਹਾਨੂੰ ਕਰਾਇਆ ਸੀ ਗੁੰਮੀਆਂ ਹੋਈਆਂ ਚੀਜ਼ਾਂ ਲੱਭਣੀਆਂ ਸ਼ੁਰੂ ਕਰ ਦਿੰਦਾ ਹੈ, ठीक है ना। सो ऑब्जेक्ट परमानेंस का मतलब है कोई चीज जिवें मान लो उनकी मम्मी गई चली है ना, उस तो बाद वो पूछूगा मम्मी कित्थे है, या तुसीं उनकी कोई बॉल सी उसनूं दे दिता, उस तो बाद उन्होंने छिपा दिता, वो अपनी बॉल नूं ਲੱਭੂਗਾ भी कित्थे हैगी, ठीक है। 9th क्वेश्चन वाल वधदे हां आपां। Which term best described Piaget's idea of modifying existing schema to incorporate new information? वो कहंदे है भी नवी इन्फॉर्मेशन किहड़ी मियाद नवी जानकारी नूं शामिल करन लई मौजूदा स्कीमा नूं सोधन दी गल करदी है। देखो एक जदा आपां कीता एसिमिलेशन की सीगा, एक चीज सीखी उस तो बाद दूजी ਉਹਦੇ ਨਾਲ सीख ली,
ਉਹਨੂੰ ਪਹਿਲੇ ਵਾਲੇ ਨੂੰ ਕੁਝ ਚੇਂਜ ਨਹੀਂ ਕੀਤਾ ਹੈ ਨਾ। पर नौवां क्वेश्चन जिहड़ा है उनदे विच आंदा चेंज कीता। ਜਦੋਂ ਆਪਾਂ ਪੁਰਾਣੀ ਜਾਣਕਾਰੀ ਦੇ ਵਿੱਚ ਕੁਝ ਬਦਲਾਵ ਲਿਆਨੇ ਹੈ ਉਸ ਨੂੰ ਕਹਿੰਦੇ ਨੇ ਐਕੋਮੋਡੇਸ਼ਨ। ਠੀਕ ਹੈ। If child calls a cow a dog upon first encountering, which process is the child engaging in? ਉਹ ਕਹਿੰਦੇ ਬੱਚਾ ਜਿਹੜਾ ਹੈਗਾ ਉਹ ਬੱਚਾ ਗਾਂ ਨੂੰ ਵੇਖਦਾ ਹੈ, ਸੌਰੀ ਕਾਲਸ ਅ ਕਾਊ ਡੋਗ, ਗਾਂ ਨੂੰ ਕੁੱਤਾ ਕਹਿ ਦਿੰਦਾ ਹੈ ਕਿਉਂਕਿ ਉਹਨੇ 4 ਪੈਰ ਦੇਖੇ, 4 ਦੇ ਹਿਸਾਬ ਨਾਲ ਉਸਨੇ ਕਹਿਤਾ ਗਾਂ ਨੂੰ ਵੀ ਇਹ ਤਾਂ ਡੋਗੀ ਹੈ ਕਿਉਂਕਿ ਉਹਨੂੰ 4 ਦਿਨ ਇੱਕ ਦਿਨ ਪਹਿਲੇ ਦੱਸਿਆ ਸੀ ਕਿ 4 ਪੈਰਾਂ ਵਾਲਾ ਡੋਗੀ ਹੁੰਦਾ ਹੈ। ਹੁਣ ਉਹ ਗਾਂ ਨੂੰ ਵੀ ਡੋਗੀ ਕਹਿਣ ਲੱਗ ਗਿਆ। ਸੋ ਉਹਦੇ ਵਿੱਚ ਉਹ ਕੀ ਗਲਤੀ ਕਰ ਰਿਹਾ ਹੈ, ਉਹ ਕੀ ਕਰ ਰਿਹਾ, ਗਲਤੀ ਤਾਂ ਨਹੀਂ ਆਪਾਂ ਕਹਿ ਸਕਦੇ, ਕੀ ਕਰ ਰਿਹਾ ਹੈ, ਕਿ ਉਹ ਐਸੀਮੀਲੇਸ਼ਨ ਕਰ ਰਿਹਾ, ਕਿ ਉਹ ਐਕੋਮੋਡੇਸ਼ਨ ਕਰ ਰਿਹਾ। ਸੋ ਆਂਸਰ ਵਿਲ ਬੀ ਐਸੀਮੀਲੇਸ਼ਨ। ਐਸੀਮੀਲੇਸ਼ਨ ਦਾ ਮਤਲਬ ਤੁਸੀਂ ਚੇਂਜ ਨਹੀਂ ਕੀਤਾ, ਤੁਸੀਂ ਜਿਹੜਾ ਗਿਆਨ ਸੀ ਉਹਨੂੰ ਬਸ ਉਸ ਦੇ ਹਿਸਾਬ ਨਾਲ ਯੂਜ਼ ਕੀਤਾ। ਠੀਕ ਹੈ। What term did Piaget use to describe the balance between assimilation and accommodation? ਉਹ ਕਹਿੰਦੇ ਆ ਵੀ ਜਿਹੜਾ ਕਿਹੜੀ ਟਰਮ ਉਹਦੇ ਪਿਆਜੇ ਨੇ ਜਿਹੜਾ ਹੈ ਐਸੀਮੀਲੇਸ਼ਨ ਤੇ ਐਕੋਮੋਡੇਸ਼ਨ ਦੇ ਵਿੱਚ ਜਿਹੜਾ ਹੈ ਬੈਲੈਂਸ ਸੰਤੁਲਨ ਬਣਾਉਣ ਲਈ ਵਰਤੀ ਹੈ, ਉਹ ਸ਼ਬਦ ਕਿਹੜਾ ਹੈ? ਸਕੀਮਾ ਹੈ, ਇਕੁਇਲਿਬ੍ਰੇਸ਼ਨ ਹੈ, ਸਕੀਮਾ ਇਕੁਇਲਿਬ੍ਰੇਸ਼ਨ ਹੈ, ਇਕੁਇਲਿਬ੍ਰੇਸ਼ਨ। ਇਕੁਇਲਿਬ੍ਰੇਸ਼ਨ ਦੇਖੋ ਮੈਂ ਤੁਹਾਨੂੰ ਕੀ ਕਰਾਇਆ ਸੀ, ਸਭ ਤੋਂ ਪਹਿਲਾਂ ਕੋਈ ਵੀ ਐਸੀਮੀਲੇਸ਼ਨ ਜਿਵੇਂ ਨੌਲੇਜ ਲੈ ਰਿਹਾ, 1 ਲੈ ਰਿਹਾ, 2 ਲੈ ਰਿਹਾ, ਉਸ ਤੋਂ ਬਾਅਦ ਐਕੋਮੋਡੇਸ਼ਨ ਹੋ ਗਿਆ, ਜਦੋਂ ਪੁਰਾਣੇ ਵਾਲੇ ਦੇ ਵਿੱਚ ਨਵੇਂ ਦੇ ਹਿਸਾਬ ਨਾਲ ਚੇਂਜ ਲਿਆਉਂਦਾ। ਫਿਰ ਹੁੰਦਾ ਹੈ ਨੈਕਸਟ ਹੁੰਦਾ ਤੁਹਾਡਾ ਇਕੁਇਲਿਬ੍ਰੇਸ਼ਨ। ਇਕੁਇਲਿਬ੍ਰੇਸ਼ਨ ਚ ਕੀ ਹੁੰਦਾ ਕਿ ਸਪੋਜ਼ ਕਈ ਵਾਰੀ ਐਵੇਂ ਹੁੰਦਾ ਹੈ ਕਿ ਤੁਸੀਂ ਇੱਕ ਕੰਮ ਇੱਕ ਤਰੀਕੇ ਨਾਲ ਕੰਮ ਕਰ ਰਹੇ ਸੀ ਔਰ ਉਹ ਕੰਮ ਤੁਹਾਡਾ ਸਕਸੈਸਫੁਲ ਨਹੀਂ ਹੋਇਆ, ਤੁਸੀਂ ਤਰੀਕਾ ਬਦਲਿਆ, ਹਾਂ ਨਹੀਂ ਹੋਇਆ ਨਾ, ਜਦੋਂ ਤੁਹਾਡੇ ਅੰਦਰ ਇਨਬੈਲੈਂਸ ਜਿਹਾ ਕ੍ਰੀਏਟ ਹੋਇਆ। ਜਦੋਂ ਇਨਬੈਲੈਂਸ ਕ੍ਰੀਏਟ ਹੁੰਦਾ ਹੈ ਤਾਂ ਤੁਸੀਂ ਕੀ ਕਰਦੇ ਹੋ, ਤੁਸੀਂ ਕੁਝ ਕੋਸ਼ਿਸ਼ ਕਰਦੇ ਹੋ, ਤੁਸੀਂ ਆਪਣੀ ਸਮੱਸਿਆ ਦਾ ਹੱਲ ਲੱਭ ਲੈਂਦੇ ਹੋ, that is equilibration, right? So equilibration is that situation in which Piaget says that कि कुछ भी आप बैलेंस बनवाने हैं। Which characteristic is not associated with Piaget's concrete operational stage? Piaget ਦੀ concrete operational stage ਦੇ ਹਿਸਾਬ ਨਾਲ ਕਿਹੜੀ characteristic ਜਿਹੜੀ ਹੈ ਜੁੜੀ ਹੋਈ ਨਹੀਂ ਹੈ? ਦੇਖੋ 4 ਚੋਇਸ ਨੇ। कंक्रीट नाल देखो, कंक्रीट का मतलब की है डिसेंट्रेशन है, रिवर्सिबिलिटी है, बिल्कुल कोई भी चीज दोहराएगा, क्लासिफिकेशन है, पर ईगोसेंट्रिज्म नहीं है। ईगोसेंट्रिज्म ਤਾਂ ਛੋਟੇ ਜਦੋਂ ਬੱਚਾ ਹੁੰਦਾ ਉਦੋਂ ਹੁੰਦੀ ਹੈ ਜਦੋਂ ਕਿ ਉਹ ਆਪਣੀ ਗੱਲ ਉਹਨੂੰ ਸਹੀ ਲੱਗਦੀ ਹੈ, ਕਿਸੇ ਹੋਰ ਦੇ ਹਿਸਾਬ ਨਾਲ ਉਹ ਨਹੀਂ ਚੱਲਦਾ। हाइपोथेटिकल डिडक्टिव रीजनिंग, हाइपोथेटिकल डिडक्टिव रीजनिंग किस ਚ ਹੋਏਗੀ? ਜਦੋਂ ਕਲਪਨਾ ਦੀ ਗੱਲ ਹੋਗੀ, ਅਪਰਤਕ ਕਲਪਨਾ ਦੇ ਆਧਾਰ ਤੇ ਕੋਈ ਨੌਲੇਜ ਹੈ ਉਸ ਦੀ ਗੱਲ ਕਰਦਾ ਹੈ ਤਾਂ ਉਹ ਸੈਂਸਰੀ ਮੋਟਰ ਤਾਂ ਬਿਲਕੁਲ ਨਹੀਂ, ਕਿਉਂ ਸੈਂਸਰੀ ਮੋਟਰ ਨੂੰ ਸਭ ਕੁਝ ਹੈ ਹੀ ਨਹੀਂ ਇਸ ਤਰ੍ਹਾਂ ਦਾ। ਪ੍ਰੀ ਆਪਰੇਸ਼ਨਲ ਵੀ ਨਹੀਂ ਹੋ ਸਕਦਾ, ਕਿ ਪ੍ਰੀ ਆਪਰੇਸ਼ਨਲ ਦੇ ਵਿੱਚ ਤਾਂ ਉਹ ਜੋ ਮਤਲਬ ਕਾਰਨ ਤੋਂ ਬਿਨਾਂ ਹੀ ਉਹਨੂੰ ਸਮਝਦਾ ਹੈਗਾ। ਹਾਈਪੋਥੈਟਿਕਲ ਯਾਨੀ ਕਲਪਨਾ ਦੀ ਪ੍ਰਧਾਨਤਾ ਐਸ ਵਿੱਚ ਆ ਜਾਏਗੀ, ਫਾਰਮਲ ਆਪਰੇਸ਼ਨਲ। ਠੀਕ ਹੈ। A child begins to use symbols such as words and images to represent object during which stage? ਉਹ ਕਹਿੰਦੇ ਬੱਚਾ ਕਿਹੜੀ ਸਟੇਜ ਦੇ ਵਿੱਚ ਸ਼ਬਦ ਯੂਜ਼ ਕਰਨ ਲੱਗ ਜਾਂਦਾ ਹੈ, ਸਿੰਬਲ ਯੂਜ਼ ਕਰਨ ਲੱਗ ਜਾਂਦਾ ਹੈਗਾ? ਯੈਸ, ਤਾਂ ਬਹੁਤ ਆਸਾਨ ਹੈ, ਤੁਹਾਨੂੰ ਕਰਵਾਇਆ ਸੀ, ਨਹੀਂ ਯਾਦ ਤਾਂ ਯਾਦ ਕਰ ਲਓ, ਪ੍ਰੀ ਆਪਰੇਸ਼ਨਲ। ਠੀਕ ਹੈ। ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਉਹ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਅਭੀ ਕੰਨ ਨਾਲ ਜੂਤਾ ਲਗਾ ਕੇ ਹੈਲੋ ਹੈਲੋ ਕਰਨ ਲੱਗ ਜੂਗਾ, ਹੈ ਨਾ, ਕਿਉਂਕਿ ਉਹ ਕਾਰਨ ਕੰਮ ਕਰਨ ਤਾਂ ਲੱਗ ਜਾਏਗਾ ਪਰ ਚੰਗੀ ਤਰ੍ਹਾਂ ਦੇ ਕਾਰਨ ਨਹੀਂ ਸਮਝੂਗਾ। According to Piaget, which should focus on activities that are? Piaget ਦੇ ਅਨੁਸਾਰ ਅਧਿਆਪਕ ਨੂੰ ਉਹਨਾਂ ਗਤੀਵਿਧੀਆਂ ਤੇ ਧਿਆਨ ਦੇਣਾ ਚਾਹੀਦਾ ਹੈ ਕਿਹੜੀਆਂ? 15ਵਾਂ क्वेश्चन है, ਪਿਆਜੇ ਦੇ ਅਨੁਸਾਰ ਅਧਿਆਪਕ ਨੂੰ ਉਹਨਾਂ ਗਤੀਵਿਧੀਆਂ ਤੇ ਧਿਆਨ ਦੇ ਜਿਹੜੀਆਂ
याद आधारित होण, बच्चे दे मौजूदा पड़ाव तो परे होण, विकास पक्खों ढुकवियां होण। बिल्कुल जी बिल्कुल, विकास पक्खों ढुकवियां चीज़ां ते ध्यान देना चाहिए, बच्चे दी डेवलपमेंट दे अकॉर्डिंग एक्टिविटीज करनियां चाहिदियां हन। Piaget's theory emphasize the role of, Piaget ਦੀ ਥਿਊਰੀ ਜਿਹੜੀ ਹੈ ਕਿਸ ਦੇ ਉੱਤੇ ਐਮਫੇਸਾਈਜ਼ ਕਰਦੀ ਹੈ? सोशल इंटरैक्शन ते नहीं, इनेट एबिलिटीज ते नहीं, एक्टिव एक्सप्लोरेशन ते बिल्कुल जी बिल्कुल, टीचर इंस्ट्रक्शन ते बिल्कुल नहीं, ब्रूनर करदा वो, है ना। सोशल इंटरैक्शन ते वाइगोस्की करदा है, पियाजे एक्टिव, बच्चा एक एक्टिव लर्नर हुंदा है, बच्चा एक सरगर्म खोजी हुंदा है, बच्चा एक नन्हा विज्ञानिक हुंदा है, पियाजे इस बारे कहंदे हन। Which of the following is major critique of Piaget's theory? दसो जी फटाफट, पियाजे दी थ्योरी दा मेजर क्रिटिक की है? पियाजे दी थ्योरी दा मेजर क्रिटिक की है? चार चॉइस है। एक है इट ओवर एम्फेसाइज द रोल ऑफ कल्चर, नहीं, कल्चर की तो गल ही नहीं करते है पियाजे। इट अंडर एस्टिमेट द चिल्ड्रन एबिलिटीज, वो बच्चे दी एबिलिटीज नू अंडर एस्टिमेट कर रहे ने। नेक्स्ट, इट फोकस द मच ऑन द सोशल लर्निंग, नहीं नहीं, सोशल लर्निंग तो गल ही नहीं करता। एक इग्नोर द रोल ऑफ बायोलॉजिकल मेजर, नहीं नहीं, वो इस तरह की कोई गल नहीं है। गलती कितने है, वो बच्चे दियां एबिलिटीज नू अंडर एस्टिमेट कर रहे ने। बच्चे नू वो कह रहे हैं कि एक होंदे जाएगा, बच्चे दी आम दी एबिलिटीज नू तो दस ही नहीं रहे, वो कहना एक पढ़ाओ तो दूसरे पढ़ा जाएगा। ठीक है बच्चे, नेक्स्ट, Lev Vygotsky theory contrast with Piaget's by emphasizing, Vygotsky दी थ्योरी कंट्रास्ट किथों है, की चेंज है? स्टेज डेवलपमेंट है, ने भी कही है, लैंग्वेज एंड कल्चर है, इनेट स्कीमास है, सेंसरी मोटर एक्टिविटीज है। तो लैंग्वेज एंड कल्चर की गल है, पियाजे बिल्कुल भी नहीं कहता भाषा बारे, पियाजे बिल्कुल भाषा बारे नहीं कहता, जस्ट वाइगोस्की कहता दैट इज द मेजर डिफरेंस बिटवीन the theory of Piaget and Vygotsky. At what approximate stage does Piaget's formal operational stage begin? 19वां क्वेश्चन है, Piaget दी फॉर्मल ऑपरेशनल स्टेज किदों शुरू हो जाती है? यस, 19वां, 11 साल दे विच। बिल्कुल ठीक है जी, 11 साल बिल्कुल सही आंसर है तुहाडा। नेक्स्ट, बस आपने आंसर मिलाई चलो, फटाफट करी चलो। यस, a child who understands that water pours into different shape containers retain the same amount is demonstrating। एक बच्चा जो समझदा है कि ਵੱਖ-ਵੱਖ आकार दे डब्बियां विच पानी पाया जाता है, उससे मात्रा नूं बरकरार रखता है। हाँ जी, एक की है, ईगोसेंट्रिज्म है, ऑब्जेक्ट परमानेंस है, नहीं, कंजर्वेशन है या हाइपोथेटिकल थिंकिंग है? तो कंजर्वेशन है, कंजर्वेशन बिल्कुल किसी च किन्ना कोई चीज समांदी है ना। A teacher gives student blocks to group by color and size। एक अध्यापक बच्चों ਨੂੰ ग्रुप ਦੇ ਵਿੱਚੋਂ ਕਰ ਦਿੰਦਾ ਹੈ ਕਲਰ ਤੇ ਸਾਈਜ਼ ਦੇ ਵਿੱਚ ਰੱਖਣ ਨੂੰ। बच्चा ਕਿਹੜੀ ਸਟੇਜ ਦਾ ਹੋ ਸਕਦਾ ਹੈ? बच्चा ग्रुपिंग वगैरह कंक्रीट च कर सकेगा। ठीक है, कलर, ग्रुपिंग, साइज के हिसाब नाल ये सब कंक्रीट च कर सकता है। ड्यूरिंग द सेंसरी मोटर स्टेज लर्निंग अकर्स प्राइमरी थ्रू, सेंसरी मोटर स्टेज के हिसाब नाल जे पर लर्निंग है वो किस थ्रू हुंदी है? ता लॉजिकल रीजनिंग नाल हुंदी है, ट्रायल एंड एरर नाल हुंदी, सेंसरी मोटर, एब्स्ट्रैक्ट थॉट नाल या सिंबॉलिक प्ले नाल। 22nd क्वेश्चन है तुहाडा, आंसर की आएगा? ट्रायल एंड एरर नाल। ट्रायल एंड एरर नाल ही करेगा, बच्चा गलती कर करके सीखता है, बच्चा गलती कर करके सीखता है, ट्रायल एंड एरर। Which activity best support pre-operational child development? 23rd क्वेश्चन है, देखो ਕਿਹੜੀ ਗਤੀਵਿਧੀ ਇੱਕ ਪੂਰਵ ਆਪਰੇਸ਼ਨਲ ਬੱਚੇ ਦੇ ਵਿਕਾਸ ਦਾ ਸਭ ਤੋਂ ਜ਼ਿਆਦਾ ਵਧੀਆ ਸਮਰਥਨ ਕਰਦੀ ਹੈ?
solving algebraic equation, playing pretend games, conducting experiments, या फिर इलैक्ट्रिकल सर्किट बनाना। देखो ये तो है ही नहीं, एक्सपेरिमेंट भी नहीं हैगा, सोल्विंग अलजेब्रिक इक्वेशंस भी नहीं आएगा, प्री ऑपरेशनल च आपा आंदा है प्लेइंग प्रिटेंड गेम, आपा जिवें एक्टिंग नहीं करते, मम्मी आ गई पापा आ गए ये सब, ठीक है। यस, सो व्हाट इज द की लिमिटेशन ऑफ चिल्ड्रन ऑफ प्री, की लिमिटेशन की है यानी कि की सीमा है, मुख सीमा की है, ਜਿਹੜੇ ਪ੍ਰੀ ਆਪਰੇਸ਼ਨਲ ਸਟੇਜ ਦੇ ਬੱਚੇ ਹੁੰਦੇ ਆ ਉਹਨਾਂ ਦੀ ਸਭ ਤੋਂ ਵੱਡੀ ਸੀਮਾ ਕੀ ਹੈ, ਯਾਨੀ ਕਿ ਉਹ ਲੈਕ ਆਫ ਐਬਸਟ੍ਰੈਕਟ ਥਿੰਕਿੰਗ ਹੈ, ਅਮੂਰਤ ਸੋਚ ਦੀ ਘਾਟ ਹੈ, ਇਨਐਬਿਲਿਟੀ ਟੂ ਫਾਰਮ ਸਕੀਮਾਸ ਹੈ, ਸਕੀਮਾ ਤਾਂ ਬਣਨੀ ਸ਼ੁਰੂ ਹੋ ਜਾਂਦੀ ਹੈ, ਇਹ ਤਾਂ ਗਲਤ ਗੱਲ ਹੈ, ਲਿਮਿਟਡ ਸਿੰਬੋਲਿਕ ਥਾਟ ਹੈ, ਜਾਂ ਲੈਕ ਆਫ ਸੈਂਸਰੀ ਐਕਸਪਲੋਰੇਸ਼ਨ ਹੈ, ਠੀਕ ਹੈ। ਉਹਦੇ ਵਿੱਚ ਸਭ ਤੋਂ ਵੱਡੀ ਆਪਾਂ ਕਮੀ ਕਹਿੰਦੇ ਆ ਕਿ ਐਬਸਟ੍ਰੈਕਟ ਥਿੰਕਿੰਗ ਯਾਨੀ ਅਮੂਰਤ ਸੋਚ ਜਮਾ ਵੀ ਨਹੀਂ ਹੁੰਦੀ, अमूर्त सोच जमा भी नहीं होंगी। According to Piaget, the term operations का मतलब ये भी आया हुआ क्वेश्चन, ऑपरेशन का मतलब ये है रियल वर्ड एक्शन, इंटरनलाइज मेंटल एक्टिविटीज, ट्रायल एंड एरर, एक्सपेरिमेंट्स या फिक्स बिहेवियर पैटर्न। सो आंसर किया जाएगा इंटरनलाइज मैटर। पियाजे के अनुसार ऑपरेशन शब्द का हवाला की है, पियाजे के अनुसार ऑपरेशन शब्द का हवाला की है इंटरनल मेंटल एक्टिविटीज, इतना पाहुने। नेक्स्ट, व्हाट इज द डिफाइनिंग फीचर ऑफ पियाजे's कंक्रीट ऑपरेशनल स्टेज, पियाजे दी कंक्रीट ऑपरेशनल स्टेज दा, कंक्रीट यानी कि मूर्त जिहड़ा है सोच प्रणाली जिन्हों कहने हैं, ठोस क्रिया प्रणाली जिन्हों कहने हैं, ठीक है। ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਲੌਜੀਕਲ ਰੀਜ਼ਨਿੰਗ ਹੋਏਗਾ, ਚਾਰ ਤਾਂ ਚੀਜ਼ਾਂ ਹੈ, ਲੌਜੀਕਲ ਰੀਜ਼ਨਿੰਗ ਹੈ ਤਾਂ ਕੰਕਰੀਟ ਹੈ, ਐਬਸਟ੍ਰੈਕਟ ਥਿੰਕਿੰਗ ਹੈ ਤਾਂ ਫਾਰਮਲ ਹੈ, ਸਿੰਬੋਲਿਕ ਥਾਟ ਹੈ ਤਾਂ ਪ੍ਰੀ ਆਪਰੇਸ਼ਨਲ ਹੈ, ਸੈਂਸਰੀ ਮੋਟਰ ਜਿਹੜਾ ਹੈ ਉਹਦੇ ਚ ਵੈਸੇ ਹੀ ਫਿਜ਼ੀਕਲੀ ਐਕਟੀਵਿਟੀਜ਼ ਹੋਣਗੀਆਂ। Piaget's ठोस संचालन की पढ़ा आता हो गया। Which concept explain why a child believe that a taller glass holds more water than a shorter, wider glass even if the quantity is the same? केड़ी धारणा दसदी है कि एक बच्चा क्यों मनदा है कि एक लंबा गिलास एक छोटे चौड़े गिलास नालों वध पानी रखदा है, चाहे पानी सेम होवे, किवें बच्चा किस दे कारण कहेगा कि बच्चा जिहड़ा है किस दे कारण कहेगा, सेंट्रेशन दे कारण कहेगा, कंजर्वेशन दे कारण नहीं कहेगा, सेंट्रेशन दे कारण कहेगा कि छोटे बच्चे दा ते उहदे च फर्क करेगा भी गिलास दे विच ਵੱਡੇ गिलास लंबे गिलास लगूगा पानी ज्यादा है। ड्यूरिंग विच Piaget stage does hypothetical deductive मैं ਤੁਹਾਨੂੰ ਕਰਵਾ ਦਿੱਤਾ। कल्पना का जिहड़ा सिद्धांत है वो वास्तव दे विच फॉर्मल ऑपरेशनल दे विच आ जांदा है, बच्चा फॉर्मल जिहड़ा है ऑपरेशनल दे विच ही ए एब्स्ट्रैक्ट थिंकिंग यानी अमूर्त सोच दी विकसित करता है। What is the role of disequilibrium in cognitive development? ਪਿਆਜੇ ਦੇ ਅਨੁਸਾਰ ਬੋਧਾਤਮਕ ਵਿਕਾਸ ਵਿੱਚ असंतुलन ਦੀ ਭੂਮਿਕਾ ਕੀ ਹੈ। ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਜਦੋਂ ਸਮੱਸਿਆ ਆਂਦੀ ਹੈ ਬੱਚਾ ਕੀ ਕਰਦਾ ਹੈ ਉਸ ਟਾਈਮ ਉਸ ਦੇ ਵਿੱਚ असंतुलन ਦੀ ਭਾਵਨਾ ਆਂਦੀ ਹੈ, ਫਿਰ ਇੱਕਦਮ ਉਹ ਜਦੋਂ ਸਮੱਸਿਆ ਦਾ ਹੱਲ ਕਰ ਲੈਂਦਾ ਹੈ ਦੈਨ ਉਹ ਸੰਤੁਲਿਤ ਹੋ ਜਾਂਦਾ ਹੈ, ਫਿਰ ਉਹ ਬੈਲੈਂਸ ਹੋ ਜਾਂਦਾ ਹੈ। ਤਾਂ ਇਹ ਮੌਜੂਦਾ ਸਕੀਮਾਂ ਨੂੰ ਚੁਣੌਤੀ ਦੇ ਕੇ ਸਿੱਖਣ ਲਈ ਪ੍ਰੇਰਿਤ ਕਰਦਾ ਹੈ। ਇਟ ਮੋਟੀਵੇਟ, ਬਿਲਕੁਲ नवीं चीज़ां तां ही लभोगी ना जो समस्या आऊगी, जे तुझे समस्या ही ना आऊगी तो लभोगे की, जो समस्या ही ना आई उदों तुसी की करोगे, तुसी कोई हल ही नहीं लभोगे, है ना।
Which educational approach aligns with Piaget's emphasis on discovery learning? ਕਿਹੜੀ ਐਜੂਕੇਸ਼ਨਲ ਅਪਰੋਚ ਜਿਹੜੀ ਹੈ ਉਹ ਪਿਆਜੇ ਦੀ ਡਿਸਕਵਰੀ ਲਰਨਿੰਗ ਨਾਲ ਜੁੜੀ ਹੋਈ ਹੈ ਵੀ ਉਹ ਡਿਸਕਵਰੀ ਲਰਨਿੰਗ ਦੀ ਗੱਲ ਕਰਦੇ ਨੇ ਸੋ ਰੋਟ ਮੈਮਰੀ ਨਹੀਂ ਰੋਟ ਮੈਮਰੀ ਦਾ ਰੱਟਾ ਵੱਜਦਾ ਹੈਗਾ ਇਹ ਤਾਂ ਹੋ ਹੀ ਨਹੀਂ ਸਕਦਾ ਐਕਟਿਵ engagement ਐਂਡ ਐਕਸਪਲੋਰੇਸ਼ਨ टीचर सेंटर्ड एंड पीयर इवैल्यूएशन सो एक्टिव एंगेजमेंट आ जाएगा बच्चे जो एक्टिव एंगेज होंगे ने सरगर्म बच्चे होंगे ने ऐसे विच तां ही वो सीखते ने ठीक है खो सीखण दे विच पियाजे दी यह थ्योरी जिहड़ी है बच्चे दे सीखण दे विच यही चीज आपां कह सकते हैं कि अटैच है in the formal operational stage what kind of logic becomes prominent ਫਾਰਮਲ ਆਪਰੇਸ਼ਨਲ ਚ ਕਿਹੜੀ ਜਿਹੜੀ ਹੁੰਦੀ ਹੈ ਕਿਸ ਤਰ੍ਹਾਂ ਦੀ ਲੌਜੀਕ ਉਸ ਦੇ ਵਿੱਚ ਆਏਗੀ ਤਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਇੰਡਕਟਿਵ ਲੌਜਿਕ ਨਹੀਂ ਆਏਗੀ ਹਾਈਪੋਥੈਟਿਕਲ ਆਏਗੀ ਕਲਪਨਾਤਮਕ ਆ ਜਾਏਗੀ ਕਲਪਨਾ ਦਾ ਵਿਕਾਸ ਉਸਦਾ ਫਾਰਮਲ ਦੇ ਵਿੱਚ ਹੁੰਦਾ ਹੈ ਕੰਕਰੀਟ ਦੇ ਵਿੱਚ ਕੀ ਹੁੰਦਾ ਹੈ ਕੰਜ਼ਰਵੇਸ਼ਨ ਜ਼ਿਆਦਾ ਹੁੰਦੀ ਹੈ ਐਨੀਮਿਸਟਿਕ ਜਿਹੜੀ ਹੈ ਉਹ ਪ੍ਰੀ ਆਪਰੇਸ਼ਨਲ ਚ ਜ਼ਿਆਦਾ ਹੋਏਗੀ ਜਿਵੇਂ ਆਪਾਂ ਕਹਿੰਦੇ ਐਨੀਮਿਸਟਿਕ ਦਾ ਮਤਲਬ ਕੀ ਹੈ ਜਿਹੜੀਆਂ ਨਿਰਜੀਵ ਚੀਜ਼ਾਂ ਹੈ ਉਹਨਾਂ ਵਿੱਚ ਵੀ ਜਾਨ ਸਮਝਣਾ ਜੇ ਉਹ ਕਹਿੰਦਾ ਜਾਨ ਹੈਗੀ ਫਿਰ ਉਹ ਪ੍ਰੀ ਆਪਰੇਸ਼ਨਲ ਹੈ ਜਿਵੇਂ ਉਹ ਕਹਿੰਦਾ ਬੱਚਾ ਕਹਿੰਦਾ ਮੇਰੀ ਗੁੱਡੀ ਬਿਮਾਰ ਹੋ ਗਈ ਰੋ ਰਹੀ ਹੈ ਦੁੱਧ ਮੰਗ ਰਹੀ ਹੈ ਇਹ ਕੀ ਹੈ ਇਹ ਐਨੀਮਿਜ਼ਮ ਹੈ ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਏਦਾਂ ਹੁੰਦਾ ਹੈ ਹਾਂਜੀ 31ਵਾਂ ਕੁਐਸਚਨ ਰਸਮੀ ਸੰਚਾਲਨ ਪੜਾਅ ਵਿੱਚ ਕਿਸ ਕਿਸਮ ਦਾ ਤਰਕ ਪ੍ਰਮੁੱਖ ਬਣ ਜਾਂਦਾ ਹੈ ਰਸਮੀ ਸੰਚਾਲਨ ਪੜਾਅ ਦੇ ਵਿੱਚ कल्पनात्मक ਇਹ ਤਾਂ ਮੈਂ ਤੁਹਾਨੂੰ ਪਹਿਲੇ ਦੱਸ ਹੀ ਚੁੱਕੀ ਹਾਂ ਕਿ ਕਲਪਨਾ ਦੀ ਗੱਲ ਹੈ ਇਮੇਜਿਨੇਸ਼ਨ ਤੁਹਾਡੀ ਫਾਰਮਲ ਦੇ ਵਿੱਚ ਵਧੂਗੀ ਠੀਕ ਹੈ which sub stage in Piaget's sensory motor period involve early referential thought ਪਿਆਜੇ ਦੇ ਸੈਂਸਰੀ ਮੋਟਰ ਪੀਰੀਅਡ ਵਿੱਚ ਕਿਹੜੇ ਸਬ ਸਟੇਜ ਵਿੱਚ ਸ਼ੁਰੂਆਤੀ ਪ੍ਰਤਿਨਿਧਾਤਮਕ ਵਿਚਾਰ ਸ਼ਾਮਿਲ ਹਨ ਯੈਸ ਪ੍ਰਾਇਮਰੀ ਸਰਕੂਲਰ ਹੈ सेकेंडरी है कोऑर्डिनेशन है या फिर टेरिटरी है देखो इहदे विच तुहानू प्राइमरी सेकेंडरी या टेरिटरी आएगा तो याद करो कि मैं तुहानू टेरिटरी च करवाया सी ये गल कि इहदे विच की हुंदा है थॉट जिहड़ी है रिटेंशन करदा हैगा वो आपदे विचार जिहड़े है उहदे जिवें कोई कंबल है उस सामने तुसीं एक कंबल होर रखता तो साइड के पीछे वाले कंबल देके गुड्डी रख दी तो कंबल हिला के पीछे देखेगा वो फिर उन्हें पता लगेगा कि वाकई ही ये वो है ठीक है सो कहने का मतलब ये है कि ऐसे विच बच्चा जिहड़ा है मेंटल रिप्रेजेंटेशन बनानी शुरू कर दिंदा है what characteristic is most associated with the pre operational stage सब तो ज्यादा केड़ी ऐसी चीज है जिहड़ी प्री ऑपरेशनल स्टेज दे विच हैगी है ईगोसेंट्रिज्म साफ साफ वारी वारी क्वेश्चन ये बहुत इंपॉर्टेंट है ईगोसेंट्रिज्म जिहड़ा है वो इस स्टेज विच ही हुंदा है भी अपनी गल नूं सही कहना दूजे दी गल सुनना ना है ना हां which of the following is an example of accommodation accommodation दा मतलब की हुंदा है accommodation दा उदाहरण की है एक बच्चा सारे चार पैरों वाले जानवरों को कुत्ते वजों लेबल करना नहीं होता है सिमुलेशन है क्योंकि वो सब कुछ इको वर्गा ही समझ रहा है a child differentiating between dogs and cats after realizing they are different yes accommodation का मतलब यही है जो बच्चा डिफरेंशिएशन करन लग जाए बहुत इंपॉर्टेंट क्वेश्चन है ठीक है सो एंड आंसर आ जाएगा वेल which stage is characterized by mastery of conservation किस दे विच कंजरवेशन दी गल कीती ते नाल दी नाल आंसर आ गया केड़ा कंक्रीट ऑपरेशनल सो 35वें दा आंसर की आ जाएगा 35वें क्वेश्चन दे विच कंजरवेशन दा मतलब की है कंक्रीट बस याद रख लो चार तो चीजा एवं इन्हां दी वांग ना खराब करया करो 50 जगह क्वेश्चन लांदे ने ये क्वेश्चन ऐस तो तुहानू बाहर आणगे ही नहीं मेरा जिहड़ा 25 साल का एक्सपीरियंस है वो ये कह रहा है हाँ मैं फालतू दे क्वेश्चन करांदी नहीं पर जरूर वधिया वधिया क्वेश्चन कराने which of the following is not a characteristic of pre operational stage in Piaget's theory
ਪਿਆਜੇ ਦੀ ਥਿਊਰੀ ਦੇ ਵਿੱਚ ਕਿਹੜੀ ਚੀਜ਼ ਜਿਹੜੀ ਹੈ ਉਸ ਦੇ ਵਿੱਚ ਉਹ ਕਹਿੰਦੇ ਆ ਕਿ ਨਹੀਂ ਹੈ ਪ੍ਰੀ ਆਪਰੇਸ਼ਨਲ ਈਗੋਸੈਂਟਰਿਜ਼ਮ हैगा, सिंबॉलिक प्ले हैगा, कंजर्वेशन नहीं है। कंजर्वेशन नहीं है, कंजर्वेशन तो कंक्रीट चाहेगा। एनिमिज्म वही ਜਿਹੜੀ ਆਪਾਂ ਕਹਿੰਦੇ ਨਿਰਜੀਵ ਚੀਜ਼ਾਂ 'ਚ ਜਾਣ ਦੇਖਣੀ ਉਹ ਵੀ ਹੈ। ਈਗੋਸੈਂਟਰਿਜ਼ਮ ਆਪਦੀ ਗੱਲ ਨੂੰ ਸਹੀ ਕਹਿਣਾ ਉਹ ਵੀ ਹੈ। ਸਿੰਬੋਲਿਕ ਹੈਗਾ, ਬਿਲਕੁਲ ਠੀਕ ਹੈ ਜੀ। ਨੈਕਸਟ, at what stage does the concept of hypothetical deductive reasoning ਦਾ ਮਤਲਬ ਕੀ ਹੈ? ਕਲਪਨਾ ਦੇ ਆਧਾਰ ਤੇ ਕਾਰਨ, ਕਲਪਨਾ ਦੇ ਆਧਾਰ ਤੇ ਕਹਿੰਦੇ ਹੀ ਤੁਸੀਂ ਫਾਰਮਲ ਆਪਰੇਸ਼ਨਲ ਆ ਜਾਓ। ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ ਜਦੋਂ ਆਪਾਂ ਕਹਿ ਸਕਦੇ ਹਾਂ ਰਸਮੀ ਸੰਚਾਲਨ ਦੇ ਵਿੱਚ ਇਹੀ ਆਉਂਦਾ ਹੈ। ਪਿਆਜੇ's concept of schema refers to, ਪਿਆਜੇ ਦਾ ਜਿਹੜਾ ਸਕੀਮਾ ਦਾ ਕਨਸੈਪਟ ਹੈਗਾ। 38ਵੇਂ ਕੁਐਸਚਨ ਤੋਂ ਆ ਗਏ ਹੋ। ਅੱਜ ਸਾਰੇ ਪਿਆਜੇ ਦੇ ਹੀ ਕੁਐਸਚਨ ਕਰ ਰਹੇ ਹਾਂ ਆਪਾਂ, ਠੀਕ ਹੈ ਨਾ। ਸਾਰੇ ਕੁਐਸਚਨ ਇਸ ਤੋਂ ਬਾਅਦ ਆਣਾ ਹੀ ਨਹੀਂ। ਫालतू ਦੀ ਜਨਮ ਤਿਥੀਆਂ ਨਾ ਕਰਿਓ, ਡੇਟ ਆਫ ਬਰਥ ਕੋਈ ਨਹੀਂ ਆਉਂਦੀ ਪਿਆਜੇ ਦੀ। ਪਿਆਜੇ ਦੀ ਸਕੀਮਾ ਦੀ ਧਾਰਨਾ ਕਿਸ ਦਾ ਹਵਾਲਾ ਦਿੰਦੀ ਹੈ? ਯੈਸ, ਤਾਂ ਆਨਸਰ ਕੀ ਆ ਜਾਏਗਾ? ਦੇਖੋ, ਇਮੋਸ਼ਨਲ ਰਿਸਪੌਂਸ ਟੂ ਲਰਨਿੰਗ ਸਿਚੁਏਸ਼ਨ, ਇਹਦੇ ਵਿੱਚ ਕੋਈ ਗੱਲ ਨਹੀਂ ਕਹਿੰਦਾ। ਇਨੇਟ ਲੈਂਗੁਏਜ ਐਕੁਇਜ਼ੀਸ਼ਨ ਬਿਲਕੁਲ ਵੀ ਨਹੀਂ ਕਹਿੰਦਾ। ਉਹ ਤਾਂ ਕੌਣ ਕਹਿੰਦਾ ਸੀਗਾ? ਚੋਮਸਕੀ ਕਹਿੰਦਾ ਸੀਗਾ। ਕੋਗਨੀਟਿਵ ਫਰੇਮਵਰਕ ਫॉर ਆਰਗੇਨਾइजिंग ਇਨਫੋਰਮੇਸ਼ਨ, मोटर स्किल डेवलप थ्रू रिफ्लेक्सेस बिल्कुल नहीं कहता। रह गया सी आंसर, क्योंकि कोग्निटिव फ्रेमवर्क फॉर ऑर्गेनाइजेशन आ जाएगा आंसर। ज्ञानात्मक विकास जिहड़ा है जानकारी ਨੂੰ ਸੰਗਠਿਤ ਕਰਨ ਦੇ ਬੋਧਾਤਮਕ ਢਾਂਚੇ ਦੀ ਗੱਲ ਕਰਦਾ ਹੈ। A child demonstrates the ability to mentally reverse an action. This skill is, ਉਹ ਕਹਿੰਦਾ ਹੈ ਇੱਕ ਬੱਚਾ ਮਾਨਸਿਕ ਤੌਰ ਤੇ ਕਿਸੇ ਕਾਰਵਾਈ ਨੂੰ ਉਲਟਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ। ਉਲਟਾਉਣ ਦਾ, ਕਾਰਵਾਈ ਨੂੰ ਉਲਟਾਉਣ ਦੀ ਗੱਲ ਕਰ ਰਿਹਾ ਹੈ, ਠੀਕ ਹੈ। ਤਾਂ ਉਹਦੇ ਵਿੱਚ ਕੀ ਆ ਜਾਏਗਾ? ਤਾਂ ਮਾਨਸਿਕ ਤੌਰ ਤੇ ਕਾਰਵਾਈ ਨੂੰ ਉਲਟਾਉਣ ਦੀ ਗੱਲ ਕਰ ਰਿਹਾ ਹੈ ਤਾਂ ਕੰਕਰੀਟ ਆਏਗਾ, ਕਿਉਂਕਿ ਉਹ ਇਮੋਸ਼ਨਲ ਦੀ ਗੱਲ ਨਹੀਂ ਕਰ ਰਿਹਾ, ਠੀਕ ਹੈ। ਪ੍ਰੀ ਆਪਰੇਸ਼ਨ ਤਾਂ ਕਰ ਹੀ ਨਹੀਂ ਸਕਦਾ ਉਲਟਾਉਣ, ਠੀਕ ਹੈ। Piaget's theory suggests that moral reasoning begins to develop in which stage? Moral reasoning किदों होएगी? Moral reasoning, नैतिक का विकास किदों होएगा? साफ ही पता है किथे, सेंसरी मोटर च होएगा, प्री ऑपरेशनल च है ते कंक्रीट ऑपरेशनल च है। देखो, मोरल रीजनिंग जिहड़ी है कंक्रीट च होएगी, हाइपोथेटिकल डिडक्टिव रीजनिंग फॉर्मल च होएगी, कल्पना जिहड़ी है वो उत्थे चालू होएगी। चंगा माड़ा फिर भी इत्थे वो सीखण लग जाता हैगा, ठीक है। मोरल रीजनिंग याद कर लो कंक्रीट ते हाइपोथेटिकल डिडक्टिव रीजनिंग फॉर्मल। What is the term used by Piaget to describe the process by which a child incorporate new information into existing schema? new ਜਿਹੜੀ ਸੂਚਨਾ ਹੈ ਉਹਨੂੰ ਉਸ ਦੇ ਵਿੱਚ ਪਾ ਦਿੰਦਾ ਹੈ। 41st क्वेश्चन है जिसका आंसर की आएगा? इनका आंसर आएगा एसिमिलेशन। एसिमिलेशन पुराने च नवा शामिल कर लेना, ठीक है जी। पुराने च नवा शामिल करना, एसिमिलेशन पुराने दे विच बदलाव लियाना, एकोमोडेशन नवा पुराना दोनों नूं छड्ड के कुछ नवा करना, इक्विलिब्रेशन। 42nd क्वेश्चन ते तुसी पहुंच चुके हो। क्वेश्चन की है? During which stage do children begin to exhibit egocentric thought? ਕਿਹੜੀ ਸਟੇਜ ਦੇ ਵਿੱਚ ਬੱਚਾ ਹਉਮੈ ਵਾਲੇ ਵਿਚਾਰਾਂ ਦਾ ਪ੍ਰਦਰਸ਼ਨ ਕਰਦਾ ਹੈ? ਤਾਂ ਪ੍ਰਦਰਸ਼ਨ ਕਰਦਾ ਹੈ, ਐਗਜ਼ਿਬਿਟ ਈਗੋਸੈਂਟਰਿਕ ਥੋਟ ਨੂੰ ਉਹ ਦਿਖਾਉਣ ਲੱਗ ਜਾਂਦਾ ਹੈ। ਪੈਦਾ ਸੈਂਸਰੀ ਮੋਟਰ ਚ ਹੋ ਜਾਂਦੇ ਆ, ਪੂਰਵ ਸੰਚਾਲਨ ਚ ਉਹ ਐਗਜ਼ਿਬਿਟ ਉਹਨਾਂ ਨੂੰ ਕਰਨਾ ਸ਼ੁਰੂ ਕਰ ਦਿੰਦਾ ਹੈ। ਈਗੋਸੈਂਟਰਿਕ, ਅਹਿਮ ਵਾਲੇ, ਮੈਂ ਪੁੱਛਾਂ, ਮੈਨੂੰ ਵੀ ਦਿਓ। Which of the following describe the ability to order object logically? 43rd question. Classification है। Which of the following describe the ability to order object logically?
सीरिएशन, सीरिएशन का मतलब सीरियल ऑर्डर चलाना, ਵੱਡਾ ਛੋਟਾ ਛੋਟਾ है ना, ਤਾਂ ਉਹ ਆ ਜਾਏਗਾ ਇਹਦੇ ਵਿੱਚ ਸੀਰੀਅਲ ਆਰਡਰ ਚਲਾਣਾ ਉਹਦੇ ਵਿੱਚ ਆ ਜਾਂਦਾ ਹੈ, ਜਿਸ ਦੇ ਵਿੱਚ ਆਬਜੈਕਟ ਲੌਜੀਕਲੀ ਆ ਜਾਏਗਾ, ਕਾਰਨ ਕਿ ਵੱਡਾ ਛੋਟਾ ਛੋਟਾ ਲਗਾ ਰਿਹਾ ਹੈ, ਕਾਰਨ ਲੱਭ ਰਿਹਾ ਉਹ। Which of the following is the primary characteristic of Piaget's sensory motor stage? Piaget ਦੀ sensory motor stage ਦਾ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕੀ ਆਊਗਾ, ਪ੍ਰਾਇਮਰੀ ਦਾ ਡਿਵੈਲਪਮੈਂਟ ਆਫ ਲੌਜੀਕਲ ਥਿੰਕਿੰਗ ਨਹੀਂ ਹੁੰਦੀ ਨਹੀਂ, ਅੰਡਰਸਟੈਂਡਿੰਗ ਆਬਜੈਕਟ ਪਰਮਾਨੈਂਸ, ਡਿਵੈਲਪਮੈਂਟ ਆਫ ਐਬਸਟਰੈਕਟ ਥਿੰਕਿੰਗ ਹੁੰਦੀ ਨਹੀਂ, ਮਾਸਟਰੀ ਆਫ ਸਿੰਬੋਲਿਕ ਥਾਟ ਨਹੀਂ, ਰਹਿ ਕੀ ਗਿਆ ਕੱਲਾ ऑब्जेक्ट परमानेंस, कोई भी चीज जड़ी है अखा अगे आ गई उन्होंने भुले ना, ठीक है, जड़ी अखा अगे आ गई वो भुले ना, इस वास्ते। प्रतीकात्मक विचार दी मुहारत उस ज्यादा according to Piaget which cognitive process occur when a child modify existing schema, देखो कोई existing schema दे विच modification जो करता हैगा, हाँ मॉडिफिकेशन करता है ਤਾਂ ਉਹਨੂੰ ਕੀ ਕਹਾਂਗੇ, ਐਕੋਮੋਡੇਸ਼ਨ, ਪੁਰਾਣੀ ਚੀਜ਼ ਦੇ ਵਿੱਚ ਕੁਝ ਚੇਂਜ ਲਿਆਉਂਦਾ ਹੈ, that is called accommodation. What is the key characteristic of Piaget's operational pre-operational stage? Piaget ਦੀ pre-operational stage ਜਿਹੜੀ ਹੈ ਉਸ ਦੀ ਕੀ ਖਾਸੀਅਤ ਹੈ, egocentric thinking, खास तौर पर याद करो उसकी ईगोसेंट्रिक थिंकिंग ते नाल आपां की कीता सी, नाल इस दे आपां कीता सी ईगोसेंट्रिक ते नाल ऑब्जेक्ट परमानेंस, ये सेंसरी च सी है ना। प्री ऑपरेशनल पड़ाव की मुख्य विशेषता हो गया 47। At which stage does Piaget believe children begin to understand that object continues to exist even when they cannot be seen? वो गल है कि जे कोई चीज है, सुन लो, इस पड़ाव पे पियाजे विश्वास करता है कि बच्चे यही समझना शुरू कर देंगे ने कि वस्तुआं उदों भी मौजूद रहिंदियां ने जदों कि वेख्या सुनिया छुया नहीं जा सकता, ऑब्जेक्ट परमानेंस, राइट। वो केड़ी स्टेज है, हुणे हुणे कीता सी, पक्के रट जेगा जिहड़ा आपां कहने आ ऑब्जेक्ट परमानेंस, सेंसरी मोटर गुमिया हुई चीज़ों को लभना है ना। तो इन्ने क क्वेश्चन होंगे इस तरह, इन्ना ज़्यादा उलझाव नहीं पाईदा हुंदा। In Piaget's theory, which of the following best describe the process of a child adjusting their existing schemas to fit new information? Piaget ਦੀ ਥਿਉਰੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵਧੀਆ ਢੰਗ ਨਾਲ ਬੱਚੇ ਦੁਆਰਾ ਆਪਣੇ ਮੌਜੂਦਾ ਸਕੀਮਾਂ ਨੂੰ ਨਵੀਂ ਜਾਣਕਾਰੀ ਜਾਂ ਅਨੁਭਵਾਂ ਦੇ ਅਨੁਕੂਲ ਬਣਾਉਣ ਦੀ ਪ੍ਰਕਿਰਿਆ ਦਾ ਵਰਣਨ ਕਰਦਾ ਹੈ, ਅਨੁਕੂਲ ਬਣਾਉਣ ਦੀ क्रिया ਦਾ ਵਰਣਨ ਕਰਦਾ ਹੈ, ਤਾਂ ਕੀ ਆ ਜਾਏਗਾ, ਐਕੋਮੋਡੇਸ਼ਨ। ਸਿੰਪਲ ਜੀ ਗੱਲ ਹੈ, ਐਕੋਮੋਡੇਸ਼ਨ ਆਪਾਂ ਜੋੜ ਤੋੜ ਕਰਾਂਗੇ, ਹੈ ਨਾ। Next, what is the term used by Piaget to describe the ability to reason logically about concrete objects but not abstract concepts? कंक्रीट साफ ही पता है, कंक्रीट तो कंक्रीट ऑपरेशनल है, साफ ही पता है जो मूर्त क्रियावां की गल आ गई तो मूर्त की गल करेगा वो, ठीक है ना। Piaget's formal operational stage is characterized by the ability to think. Piaget ਦੇ रस्मी संचालन पड़ाव सोचने की योग्यता द्वारा दर्शाया गया है। 50 क्वेश्चन ਤੁਹਾਡਾ लास्ट क्वेश्चन है, ताकि आ जाएगा थिंकिंग की गल आ गई, लॉजिकल थिंकिंग की गल आ गई, ताकि आ जाएगा 50 दा लॉजिकल थिंकिंग की गल आ गई, तो फिर आंसर क्या आ जाएगा, आंसर आ जाएगा ਤੁਹਾਡਾ Piaget's फॉर्मल ऑपरेशनल की गल है। फॉर्मल दे विच तां एब्स्ट्रैक्ट एंड लॉजिकली दोनों पासे आ जाएगा, एब्स्ट्रैक्ट भी है ते लॉजिकली भी समझदा वो, है ना। एब्स्ट्रैक्ट भी है ते लॉजिकली भी है, अमूर्त भी है ते मूर्त भी है, अमूर्त मूर्त दोनों नूं वो देखदा है। सो नेक्स्ट क्वेश्चन तुहाडे सामने है, विच ऑफ द फॉलोइंग एबिलिटीज इज डेवलप्ड at the end of Piaget's pre-operational?
ਪ੍ਰੀ ਆਪਰੇਸ਼ਨਲ ਦੇ ਐਂਡ 'ਚ ਕੀ ਹੋਏਗਾ, ਥੋੜੇ ਜਿਹੇ ਸਿੰਬੋਲਿਕ ਥਾਟ ਉਹਨੂੰ ਆਉਣ ਲੱਗ ਜਾਂਦੇ ਆ, ਕਿਉਂਕਿ ਤੁਹਾਨੂੰ ਮੈਂ ਕਿਹਾ ਸੀ ਨਾ ਉਹ ਜੁੱਤਾ ਕੰਨ ਨਾਲ ਲਾਉਂਦਾ ਹੈ ਨਾ, ਤਾਂ ਸਿੰਬੋਲਿਕ ਥਾਟ ਉਸਦੇ ਆਉਣ ਲੱਗ ਜਾਂਦੇ ਨੇ ਇਸ ਤੋਂ ਬਾਅਦ। what is one of the main limitation of during Piaget's pre operational stage? सब तो वड्डी limitation की है pre operational inability to perform reversible operations, inability to understand abstract concept, inability to develop motor coordination, inability to form schemas। ਤਾਂ 52 ਦਾ ਆਨਸਰ ਆਏਗਾ ਰਿਵਰਸੀਬਲ ਆਪਰੇਸ਼ਨਸ, ਕੋਈ ਚੀਜ਼ ਨੂੰ ਕਿਸੇ ਦੇ ਵਿੱਚ ਬਦਲਣਾ, ਇਹ ਸਭ ਉਸ ਦੇ ਵਿੱਚੋਂ ਨਹੀਂ ਕਰ ਸਕਦਾ। ਸੋ ਇਹ ਸੀ ਤੁਹਾਡੇ ਜੀਨ ਪਿਆਜੇ ਦੇ ਸਾਰੇ ਕੁਐਸਚਨਸ। ਕੱਲ ਮੈਂ ਕਰਵਾਉਂਗੀ ਤੁਹਾਨੂੰ ਜੀਨ ਪਿਆਜੇ ਦੀਆਂ ਸਬ ਸਟੇजेस, ਕਿਉਂਕਿ ਦੇਖੋ ਜੀਨ ਪਿਆਜੇ ਫਿਰ ਇਸੇ ਤਰ੍ਹਾਂ ਵਾਈਗੋਸਕੀ ਫਿਰ ਇਸੇ ਤਰ੍ਹਾਂ ਕੋਹਲਬਰਗ ਇੱਕ ਇੱਕ ਟੌਪਿਕ ਨੂੰ ਆਪਾਂ ਚੁੱਕੀ ਜਾਵਾਂਗੇ, ਠੀਕ ਹੈ। ਜ਼ਿਆਦਾ ਇੱਧਰ ਉੱਧਰ ਘੁੰਮਣ ਚ ਕੁਛ ਨਹੀਂ ਪਿਆ, ਇੱਕ ਇੱਕ ਟੌਪਿਕ ਤੇ ਆਪਦੀ ਕਮਾਂਡ ਬਣਾਓ ਤੇ ਨਾਲ ਕਰੋ ਮੌਕ ਟੈਸਟ। ਮੌਕ ਟੈਸਟ ਤੁਹਾਡੇ ਅਪਲੋਡ ਹੋ ਚੁੱਕੇ ਨੇ, ਅਪੈਕਸ ਅਕੈਡਮੀ ਦਾ ਐਪ ਡਾਊਨਲੋਡ ਕਰੋ, ਫ੍ਰੀ ਸੈਕਸ਼ਨ 'ਚ ਜਾ ਕੇ ਉੱਥੇ ਪਏ ਨੇ, ਤੁਸੀਂ ਉਹਨਾਂ ਨੂੰ ਸੋਲਵ ਕਰੋ। ਸੋ ਥੈਂਕ ਯੂ ਸਟੂਡੈਂਟਸ, ਬੈਸਟ ਆਫ ਲੱਕ।